Hello and welcome to Chetan Bharat Learning, and also welcome to Daily Polity MCQ Practice Series. We are discussing questions related to the Parliament, and this is the third installment of Parliament related questions. So let's begin with the very first, and this is based on the current affairs. Which of the following statements regarding the Constitution 130th Amendment Bill 2025 is are correct? Recently, Government of India ਨੇ ਲੋਕ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਜਿਹਦੇ ਰਾਹੀਂ ਔਨ ਦਾ ਗਰਾਊਂਡ ਆਫ ਅਰੈਸਟ ਆਫ 30 ਡੇਜ਼ ਐਵੇਂ ਦੇ ਕ੍ਰਾਈਮ ਜਿਹਦੇ ਵਿੱਚ 5 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਹੋ ਸਕਦੀ ਹੈ ਤਾਂ ਪ੍ਰਾਈਮ ਮਿਨਿਸਟਰ ਤੇ ਯੂਨੀਅਨ ਮਿਨਿਸਟਰ ਤੇ ਸਟੇਟ ਦੇ ਚੀਫ ਮਿਨਿਸਟਰ ਤੇ ਬਾਕੀ ਮਿਨਿਸਟਰ ਨੂੰ ਐਜ਼ ਅ ਮਿਨਿਸਟਰ ਡਿਸਮਿਸ ਕੀਤਾ ਜਾ ਸਕਦਾ ਹੈ। ਬਹੁਤ ਜ਼ਿਆਦਾ ਅਪਰੋਰ ਹੈ ਇਸ ਬਿੱਲ ਨੂੰ ਲੈ ਕੇ, ਆਪੋਜੀਸ਼ਨ ਲਗਾਤਾਰ ਵਿਰੋਧ ਕਰ ਰਿਹਾ ਹੈ। ਮੈਟਰ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਜੇਪੀਸੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਲੇ ਇਹ ਬਿੱਲ ਭੇਜ ਦਿੱਤਾ ਗਿਆ ਹੈ। Let's check the statement about the bill. The bill seeks to amend Article 75, 164, and Article 239AA of the Indian Constitution, covering union, state councils of minister, and special provision for Delhi. So, हाँ जी 3 आर्टिकल ਦੇ ਵਿੱਚ ਇਹ amendment propose ਕਰਦਾ ਹੈ। Article 75 is related provisions with the Union Council of Minister, ਜਿਹਦੇ ਵਿੱਚ ਆਮ ਤੌਰ ਤੇ ਗੱਲ ਹੈ ਕਿ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਦੀ ਐਡਵਾਈਸ ਤੇ ਬਾਕੀ ਮਿਨਿਸਟਰ ਅਪਾਇੰਟ ਕਰੂਗਾ ਤੇ ਜਿੰਨੇ ਵੀ ਮਿਨਿਸਟਰ ਨੇ ਪਲੇਜ਼ਰ ਆਫ ਪ੍ਰੈਜ਼ੀਡੈਂਟ ਤੇ ਫੰਕਸ਼ਨ ਕਰਨਗੇ, ਕਲੈਕਟਿਵ ਰਿਸਪੌਂਸਿਬਿਲਿਟੀ ਐਂਡ ਸੋ ਔਨ। ਤੇ 164 ਦੇ ਵਿੱਚ ਆਹੀ ਸਾਰੀਆਂ ਗੱਲਾਂ ਸਟੇਟ ਕਾਉਂਸਲ ਆਫ ਮਿਨਿਸਟਰ ਬਾਰੇ ਲਿਖੀਆਂ ਗਈਆਂ ਨੇ ਤੇ ਆਰਟੀਕਲ 239AA ਗਵਰਨ ਕਰਦਾ ਹੈ ਐਨਸੀਟੀ ਆਫ ਦਿੱਲੀ ਨੂੰ, ਉੱਥੇ ਵੀ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਰੱਖ ਦਿੱਤੀ ਜਾਊਗੀ। ਸੋ ਫਰਸਟ ਸਟੇਟਮੈਂਟ ਇਜ਼ ਕਰੈਕਟ। If a minister is arrested and detained for 30 consecutive days for an offense punishable with 5 or more year imprisonment, she will lose the position of a minister. Now, ਇਹ ਸਾਰਾ crux ਹੈ ਇਸ ਬਿੱਲ ਦਾ। ਪਹਿਲੀ ਗੱਲ ਤਾਂ ਕਿਹੜੇ ਕ੍ਰਾਈਮ ਦੇ ਵਿੱਚ ਅਰੈਸਟ ਹੋਇਆ? ਉਸ ਕ੍ਰਾਈਮ ਦੇ ਵਿੱਚ ਜਿਵੇਂ ਕ੍ਰਾਈਮ ਦੇ ਵਿੱਚ 5 ਜਾਂ ਉਸ ਤੋਂ ਵੱਧ ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਘੱਟ ਸਾਲ ਦੀ ਸਜ਼ਾ ਤੇ ਪ੍ਰੋਵੀਜ਼ਨ ਲਾਗੂ ਨਹੀਂ ਹੋਊਗੀ। ਤੇ ਐਵੇਂ ਦਾ ਕ੍ਰਾਈਮ ਜਿਹਦੇ ਵਿੱਚ 5 ਜਾਂ ਉਸ ਤੋਂ ਵੱਧ ਸਾਲ ਦੀ ਸਜ਼ਾ ਹੈ, ਜੇ ਐਵੇਂ ਦੇ ਕ੍ਰਾਈਮ ਦੇ ਐਕਿਊਜ਼ੇਸ਼ਨ ਦੇ ਵਿੱਚ ਕੋਈ ਮਿਨਿਸਟਰ 30 ਦਿਨਾਂ ਤੱਕ ਲਗਾਤਾਰ ਕਨਸੈਕਟਿਵ ਡੇਜ਼ ਅਰੈਸਟ ਰਹਿ ਜਾਂਦਾ, ਹਜੇ ਕਨਵਿਕਸ਼ਨ ਨਹੀਂ ਹੋਈ, ਸਿਰਫ ਅਰੈਸਟ ਰਹਿ ਜਾਂਦਾ ਹੈ, ਤਾਂ ਵੀ ਉਹਨੂੰ ਡਿਸਕੁਆਲੀਫਾਈ ਐਜ਼ ਅ ਮਿਨਿਸਟਰ ਕਰ ਦਿੱਤਾ ਜਾਊਗਾ। ਇੱਥੇ ਇਹ ਯਾਦ ਰੱਖਣਾ, ਐਜ਼ ਅ ਲੈਜਿਸਲੇਟਰ ਉਹ ਡਿਸਕੁਆਲੀਫਾਈ ਨਹੀਂ ਹੋਊਗਾ, ਐਮਪੀ ਐਮਐਲਏ ਫਿਰ ਵੀ ਰਹੂਗਾ, ਲੇਕਿਨ ਐਜ਼ ਅ ਮਿਨਿਸਟਰ ਡਿਸਕੁਆਲੀਫਾਈ ਕਰ ਦਿੱਤਾ ਜਾਊਗਾ। ਸੋ ਬੇਸਿਕ ਗੇਮ ਇਹ ਹੈ ਕਿ ਇਸ ਤੋਂ ਪਹਿਲਾਂ ਜੋ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਉਹਦਾ ਸੈਕਸ਼ਨ 8 ਉਹ ਕਨਵਿਕਸ਼ਨ ਤੇ ਕਿਸੇ ਲੈਜਿਸਲੇਟਰ ਨੂੰ ਡਿਸਕੁਆਲੀਫਾਈ ਕਰਦਾਗਾ, ਹੈਂਸ ਉਹ ਲੈਜਿਸਲੇਟਰ ਐਜ਼ ਅ ਮਿਨਿਸਟਰ ਵੀ ਡਿਸਕੁਆਲੀਫਾਈ ਹੋ ਜਾਂਦਾ। ਸੋ ਅਗਰ ਕਿਸੇ ਵੀ ਲੈਜਿਸਲੇਟਰ ਨੂੰ ਕਿਸੇ ਵੀ ਕ੍ਰਾਈਮ ਦੇ ਵਿੱਚ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਹੋ ਗਈ, ਕਨਵਿਕਸ਼ਨ ਹੋ ਗਿਆ, ਤਾਂ ਡਿਸਕੁਆਲੀਫਿਕੇਸ਼ਨ। ਇਹ ਨਵਾਂ ਲਾਅ ਪ੍ਰਪੋਜ਼ ਕਰਦਾ ਹੈ ਮਿਨਿਸਟਰਸ ਵਾਸਤੇ, ਹਜੇ ਕਨਵਿਕਸ਼ਨ ਭਾਵੇਂ ਨਹੀਂ ਹੋਈ, ਉਹ 30 ਡੇਜ਼ ਲਗਾਤਾਰ ਅਰੈਸਟ ਹੋ ਜਾਂਦੇ ਨੇ ਤਾਂ 31ਵੇਂ ਦਿਨ ਉਹਨਾਂ ਨੂੰ ਐਜ਼ ਅ ਮਿਨਿਸਟਰ ਡਿਸਮਿਸ ਕਰ ਦਿੱਤਾ ਜਾਊਗਾ। ਨੈਕਸਟ, the president acting on the advice of prime minister must remove the minister by the 31st day of the custody, 31ਵੇਂ ਦਿਨ disqualify. If no advice is given, the minister automatically ceases to hold office. ਸੋ ਸੈਂਟਰ ਦੇ ਵਿੱਚ ਪ੍ਰੈਜ਼ੀਡੈਂਟ ਤੇ ਸਟੇਟ ਦੇ ਵਿੱਚ ਆਹੀ ਪ੍ਰੋਵੀਜ਼ਨ ਹੈ, ਔਨ ਦਾ ਐਡਵਾਈਸ ਆਫ ਸੀਐਮ ਗਵਰਨਰ ਵਿਲ ਡਿਸਮਿਸ ਅ ਮਿਨਿਸਟਰ। ਤੇ ਜੇ ਸੀਐਮ ਜਾਂ ਪੀਐਮ ਇਹ ਐਡਵਾਈਸ ਨਹੀਂ ਦਿੰਦੇ ਤਾਂ ਵੀ 31ਵੇਂ ਦਿਨ ਕੰਸਰਨਡ ਮਿਨਿਸਟਰ ਨੂੰ ਡਿਸਮਿਸ ਮੰਨਿਆ ਜਾਊਗਾ। ਲਾਸਟਲੀ, once removed, minister cannot be reappointed even after release from the custody. ਸੋ ਇਹ ਸਟੇਟਮੈਂਟ ਗਲਤ ਹੈ, ਬਲਕਿ ਕਲੀਅਰ ਕੱਟ ਬਿੱਲ ਇਹ ਪ੍ਰਪੋਜ਼ ਕਰਦਾ ਹੈ ਜੇ ਮਿਨਿਸਟਰ ਐਜ਼ ਅ ਮਿਨਿਸਟਰ ਡਿਸਕੁਆਲੀਫਾਈ ਹੋ ਗਏ, ਮੰਨ ਲਓ 6 ਮਹੀਨੇ ਜੇਲ੍ਹ 'ਚ ਰਹੇ, ਲੇਕਿਨ ਉਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਗਏ, ਹਜੇ ਉਹਨਾਂ ਦਾ ਕੇਸ ਚੱਲ ਰਿਹਾ ਹੈ, ਲੇਕਿਨ ਹਜੇ ਵੀ ਉਹ ਐਮਪੀ ਐਮਐਲਏ ਤਾਂ ਹੈ, ਤਾਂ ਉਹ ਦੁਬਾਰਾ ਤੋਂ ਮਿਨਿਸਟਰਸ਼ਿਪ ਜੁਆਇਨ ਕਰ ਸਕਦੇ ਨੇ। ਬਟ ਜਿੰਨਾ ਚਿਰ ਅਰੈਸਟ ਰਹਿਣਗੇ ਉਹਨਾਂ ਚਿਰ ਉਹਨਾਂ ਨੂੰ ਮਿਨਿਸਟਰ ਦੀ ਪੁਆਇੰਟ ਤੇ ਪੁਆਇੰਟ ਨਹੀਂ ਕੀਤਾ ਜਾਊਗਾ। ਸੋ ਬੇਸਿਕਲੀ ਜਿਵੇਂ ਆਪਾਂ ਨਰਿੰਦਰ ਮੋਦੀ ਜੀ ਦੀ ਸਪੀਚਸ ਦੇ ਵਿੱਚ ਵੀ ਸੁਣ ਰਹੇ ਹਾਂ, ਹੋਮ ਮਿਨਿਸਟਰ ਦੀ ਸਪੀਚਸ ਦੇ ਵਿੱਚ ਸੁਣ ਰਹੇ ਹਾਂ ਕਿ ਪਿਛਲੇ ਦਿਨੀ ਇੱਕ ਸਟੇਟ ਦੇ ਵਿੱਚ, ਦਿੱਲੀ ਦੇ ਵਿੱਚ ਜੋ ਹੈ ਜੇਲ੍ਹ ਤੋਂ ਸਰਕਾਰ ਚਲਾਈ ਗਈ ਜਦੋਂ ਕੇਜਰੀਵਾਲ ਸਾਹਿਬ ਨੂੰ ਮਨੀ ਲਾਂਡਰਿੰਗ ਕੇਸ ਦੇ ਵਿੱਚ ਜੇਲ੍ਹ 'ਚ ਰੱਖਿਆ ਗਿਆ ਸੀਗਾ, ਤਾਂ ਉਹਨਾਂ ਨੇ ਰਿਜ਼ਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ। ਇਸ ਐਗਜ਼ਾਮਪਲ ਨੂੰ ਵੀ ਸਾਈਡ ਕੀਤਾ ਜਾ ਰਿਹਾ ਕਿ ਕਿੱਦਾਂ ਕਨਸਟੀਟਿਊਸ਼ਨਲ ਮੋਰੈਲਿਟੀ ਤੇ ਹੁੰਦੇ ਹੋਇਆ ਆਪਾਂ ਜੇਲ੍ਹ 'ਚੋਂ ਸਰਕਾਰ ਅਲਾਉ ਕਰ ਸਕਦੇ ਹਾਂ। ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਨੂੰ ਰੋਕਣ ਵਾਸਤੇ ਇਹ ਬਿੱਲ ਲਿਆਂਦਾ ਗਿਆ ਐਜ਼ ਪਰ ਗਵਰਨਮੈਂਟ ਸੋਰਸਿਸ।
So let's check how many statements are correct here. Only three statements are correct here. Coming to which of the following statement is are correct with regard to discussions in the parliament, and select the correct statement as the answer. During the zero hour, members are free to raise matter that they think is important. And second, during question hour, ministers are bound to give oral answers to all types of questions. ਸੋ ਪਹਿਲਾ ਹੈ ਕਿ ਜ਼ੀਰੋ ਆਵਰ ਇੱਕ ਫ੍ਰੀ ਟਾਈਪ ਦਾ ਆਵਰ ਹੈ ਜਿੱਥੇ ਬਿਨਾਂ ਪ੍ਰੀਵੀਅਸ ਨੋਟਿਸ ਸਰਵ ਕੀਤਿਆਂ ਐਮਪੀਜ਼ ਕੋਈ ਵੀ ਮੈਟਰ ਰੇਜ਼ ਕਰ ਸਕਦੇ ਨੇ। ਇਹ ਕੋਈ ਡਿਬੇਟ ਹੋ ਸਕਦਾ, ਡਿਸਕਸ਼ਨ ਹੋ ਸਕਦਾ, ਕੋਈ ਕੁਐਸਚਨ ਵੀ ਹੋ ਸਕਦਾ ਗਾ। ਹਾਂ, ਚੇਅਰ ਦੀ ਪਰਮਿਸ਼ਨ ਚਾਹੀਦੀ ਹੈ, ਬਟ ਉਹ 10 ਦਿਨਾਂ ਦਾ ਨੋਟਿਸ ਸਰਵ ਕਰਨ ਦੀ ਲੋੜ ਨਹੀਂ। ਇੱਕ ਫ੍ਰੀ ਟਾਈਪ ਦਾ ਆਵਰ ਹੈ, ਤਾਂ ਹਾਂ ਜੀ, ਜਿਹੜਾ ਵੀ ਮੈਂਬਰ ਸਮਝਦਾ ਹੈ ਕਿ ਇੰਪੋਰਟੈਂਟ ਮੈਟਰ ਹੈ ਉਹ ਰੇਜ਼ ਕਰ ਸਕਦੇ ਨੇ। ਬਟ ਕੀ ਕੁਐਸਚਨ ਆਵਰ ਦੇ ਵਿੱਚ ਮਿਨਿਸਟਰਸ ਨੂੰ ਸਾਰੇ ਹੀ ਸਵਾਲਾਂ ਦੇ ਜਵਾਬ ਓਰਲ ਆਨਸਰ ਦੇਣੇ ਹੁੰਦੇ, ਬੋਲ ਕੇ ਜ਼ਬਾਨੀ ਦੇਣੇ? ਨਹੀਂ। ਸੋ ਯਾਦ ਰੱਖਣਾ, ਤਿੰਨ ਤਰ੍ਹਾਂ ਦੇ ਕੁਐਸਚਨ ਆਵਰ ਦੇ ਵਿੱਚ ਪੁੱਛੇ ਜਾਂਦੇ ਨੇ। ਪਹਿਲਾ ਹੈ ਸਟਾਰਟ ਕੁਐਸਚਨ, ਜਿਹਦਾ ਓਰਲ ਰਿਪਲਾਈ ਹੁੰਦਾ, ਤਾਰਾ ਬੋਲਦਾ ਹੈ, ਓਰਲ ਰਿਪਲਾਈ ਹੈ ਸਟਾਰਟ ਕੁਐਸਚਨ ਦਾ। ਅਨਸਟਾਰਟ ਕੁਐਸਚਨ, ਉਹਨਾਂ ਦਾ ਰਿਪਲਾਈ ਰਿਟਨ ਫਾਰਮੈਟ ਦੇ ਵਿੱਚ ਦਿੱਤਾ ਜਾਂਦਾ, ਓਰਲ ਨਹੀਂ। ਤੇ ਫਿਰ ਸ਼ਾਰਟ ਨੋਟਿਸ ਕੁਐਸਚਨ, ਉਹ ਵੀ ਓਰਲ ਰਿਪਲਾਈ ਕੀਤੇ ਜਾਂਦੇ ਨੇ। ਸੋ ਸਾਰੇ ਕੁਐਸਚਨਸ ਦਾ ਓਰਲ ਰਿਪਲਾਈ ਨਹੀਂ ਹੁੰਦਾ। ਅਨਸਟਾਰਟ ਯਾਦ ਰੱਖਣਾ, ਉਹਦਾ ਰਿਟਨ ਰਿਪਲਾਈ ਕੀਤਾ ਜਾਂਦਾ। ਹੈਂਸ ਸੈਕੰਡ ਸਟੇਟਮੈਂਟ ਇਜ਼ not correct. So A is our answer. Coming to consider the following statements. Rajya Sabha has no power to vote on demand for grant. Point one. And it is correct statement. What is demand for grant? ਜਦੋਂ ਵੀ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਜਿਹੜਾ ਕਿ ਬਜਟ ਦਾ ਹੁੰਦਾ, ਜਦੋਂ ਉਹ ਪਾਸ ਹੁੰਦਾ ਤਾਂ ਸੈਪਰੇਟ ਮਿਨਿਸਟਰੀ ਡਿਪਾਰਟਮੈਂਟ ਨੂੰ ਜੋ ਗ੍ਰਾਂਟਸ ਦਿੱਤੀ ਜਾਂਦੀ ਹੈ, ਜੋ ਪੈਸਾ ਦਿੱਤਾ ਜਾ ਰਿਹਾ ਹੈ, ਉਹਨੂੰ ਟੈਕਨੀਕਲੀ ਕਹਿੰਦੇ ਡਿਮਾਂਡ ਫॉर ਗ੍ਰਾਂਟ। ਤੇ ਡਿਮਾਂਡ ਫॉर ਗ੍ਰਾਂਟ ਤੇ ਸਿਰਫ ਲੋਕ ਸਭਾ ਦੇ ਵਿੱਚ ਵੋਟ ਹੁੰਦੀ ਹੈ, ਰਾਜ ਸਭਾ 'ਚ ਵੋਟ ਨਹੀਂ ਹੁੰਦੀ। ਜਾਂ ਫਿਰ ਇਹਨੂੰ ਜਨਰਲੀ ਕਹੀਏ, ਰਾਜ ਸਭਾ ਡਜ਼ਨਟ ਹੈਵ ਪਾਵਰ ਟੂ ਵੋਟ ਅਪਨ ਬਜਟ। Second, the expenditure made from the consolidated fund of India can be discussed in the parliament but cannot be voted. So, wrong statement, yaad rakhna. Under Article 266, there is Consolidated Fund of India. ਤੇ ਕੰਸੋਲੀਡੇਟਡ ਫੰਡ ਆਫ ਇੰਡੀਆ ਤੋਂ ਦੋ ਤਰ੍ਹਾਂ ਦੇ ਖਰਚੇ ਹੁੰਦੇ ਨੇ। ਇੱਕ ਹੈ ਐਕਸਪੈਂਡੀਚਰ ਚਾਰਜਡ ਅਪਨ ਕੰਸੋਲੀਡੇਟਡ ਫੰਡ ਆਫ ਇੰਡੀਆ। ਸੋ ਜਿਹੜਾ ਵੀ ਚਾਰਜ ਐਕਸਪੈਂਡੀਚਰ ਹੈ, ਉਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਸਿਰਫ ਡਿਬੇਟ ਐਂਡ ਡਿਸਕਸ਼ਨ ਕੀਤਾ ਜਾ ਸਕਦਾ ਹੈ। ਉਹ ਨਾਨ ਵੋਟੇਬਲ ਹੁੰਦਾ, ਉਸ ਤੇ ਵੋਟ ਨਹੀਂ ਹੁੰਦੀ। ਬਟ ਜਿਹੜੇ ਦੂਜੇ ਨੇ ਐਕਸਪੈਂਡੀਚਰ ਮੇਡ ਫਰੋਮ ਕੰਸੋਲੀਡੇਟਡ ਫੰਡ ਆਫ ਇੰਡੀਆ, ਜਿਹਨੂੰ ਨਾਨ ਚਾਰਜ ਐਕਸਪੈਂਡੀਚਰ ਕਿਹਾ ਜਾਂਦਾ, ਉਸ ਤੇ ਡਿਬੇਟ ਐਂਡ ਡਿਸਕਸ਼ਨ ਵੀ ਹੁੰਦੀ ਹੈ ਤੇ ਨਾਲ ਹੀ ਉਸ ਤੇ ਵੋਟ ਵੀ ਕੀਤਾ ਜਾਂਦਾ ਹੈ। ਸੋ ਸੈਕੰਡ ਸਟੇਟਮੈਂਟ ਇਜ਼ ਇਨਕਰੈਕਟ। ਥਰਡ, policy cut motion reduce the amount of demand to zero. Now this is wrong. ਜਦੋਂ ਬਜਟ ਦੇ ਵਿੱਚ ਡਿਮਾਂਡ ਫॉर ਗ੍ਰਾਂਟਸ ਤੇ ਵੋਟ ਹੋ ਰਹੀ ਹੁੰਦੀ ਹੈ, ਤਾਂ ਫਿਰ ਅਪੋਜੀਸ਼ਨ ਪਾਲਿਸੀ ਕੱਟ ਜਾਂ ਫਿਰ ਟੋਕਨ ਕੱਟ ਜਾਂ ਇਕਨੋਮੀ ਕੱਟ, ਤਿੰਨ ਤਰ੍ਹਾਂ ਦੇ ਕੱਟ ਮੋਸ਼ਨ ਲਿਆ ਸਕਦਾ ਹੈ ਸਰਕਾਰ ਦੀ ਕਿਸੇ ਨੀਤੀ ਨੂੰ ਕ੍ਰਿਟਿਸਾਈਜ਼ ਕਰਨ ਵਾਸਤੇ। ਤੇ ਪਾਲਿਸੀ ਕੱਟ ਦਾ ਮੰਤਵ ਹੁੰਦਾ ਹੈ ਕਿ ਐਲੋਕੇਸ਼ਨ ਦੇ ਥਰੂ, ਜੋ ਬਜਟਰੀ ਐਲੋਕੇਸ਼ਨ ਹੈ ਉਹਦੇ ਥਰੂ ਸਰਕਾਰ ਜੋ ਵੀ ਪਾਲਿਸੀ ਬਣਾ ਰਹੀ ਹੈ, ਅਪੋਜੀਸ਼ਨ ਉਹਨੂੰ ਕ੍ਰਿਟਿਸਾਈਜ਼ ਜਾਂ ਨਿਗੇਟ ਕਰਨਾ ਚਾਹੁੰਦਾ। ਲੇਕਿਨ ਫਿਰ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਡਿਮਾਂਡ ਜ਼ੀਰੋ ਕਰ ਦਿੱਤੀ ਜਾਵੇ, ਸਗੋਂ ਡਿਮਾਂਡ ਰਿਡਿਊਸ ਟੂ ₹2 मतलब कि मान लो 2 लाख करोड़ किसी पॉलिसी का आप ला रहे हैं, तो फिर अपोजिशन डिमांड करोगी 2 लाख करोड़ नहीं पास करना, ₹1 पास करना। डिमांड टू बी रिड्यूस ₹2 नॉट बाय ₹1। तो जो डिमांड फॉर ग्रांट है उन्होंने रिड्यूस करके ₹1 पास करो। ऑब्वियसली इट इज सिंबॉलिक। जे पास हो गया देन इट अमाउंट्स टू नो कॉन्फिडेंस मोशन पर सरकार के। सो third statement is also incorrect, and we have to find how many statements given above is are not correct. So here 2 statements are not correct. Coming to, with regard to enactment of budget, consider the following statements and find how many statements are correct. The budget shall distinguish expenditure on revenue account from other expenditures. So yaad rakhna, article 112, which is dealing with annual financial statement, that is budget, ਇਹਦਾ clause 2 ਇਹੀ provision provide ਕਰਦਾ ਹੈ ਕਿ ਜਿਹੜੇ expenditure ਤੇ revenue account, ਇਹਨਾਂ ਨੂੰ another expenditure ਤੋਂ separate ਰੱਖਣਾ। Budget is prepared and passed by the parliament. Is it? Budget is prepared and passed by the parliament. See, budget is passed by the parliament, obviously true, but it is not prepared by the parliament.
So in India, budget is prepared by the executive. Rather, it is prepared by फाइनेंशियल मिनिस्टर. सो आपके फाइनेंस मिनिस्टर बजट प्रिपेयर करते हैं. अच्छा, 2017 ਤੋਂ ਪਹਿਲਾਂ ਥੋੜੀ ਡਿਫਰੈਂਟ ਸਿਚੁਏਸ਼ਨ ਸੀ. 2017 ਤੋਂ ਪਹਿਲਾਂ ਰੇਲਵੇ ਬਜਟ ਸੈਪਰੇਟਲੀ ਰੇਲਵੇ ਮਿਨਿਸਟਰ ਪ੍ਰਿਪੇਅਰ ਕਰਦੇ ਸੀ ਤੇ ਉਹੀ ਪ੍ਰੈਜ਼ੈਂਟ ਕਰਦੇ ਸੀ ਹਾਊਸ ਦੇ ਵਿੱਚ, ਜੋ ਹਾਊਸਸ ਆਫ ਪਾਰਲੀਮੈਂਟ ਪਾਸ ਕਰਦਾ ਸੀਗਾ. ਤੇ ਜਨਰਲ ਬਜਟ ਵਾਸ ਪ੍ਰਿਪੇਅਰਡ ਐਂਡ ਇੰਟਰੋਡਿਊਸਡ ਬਾय ਦ ਫਾਈਨੈਂਸ ਮਿਨਿਸਟਰ, ਜਿਹਨੂੰ ਪਾਰਲੀਮੈਂਟ ਪਾਸ ਕਰਦਾ ਸੀ. ਤਾਂ ਬਜਟ ਦੋ ਹਿੱਸਿਆਂ ਚ ਹੁੰਦਾ ਸੀਗਾ. 2017 ਤੋਂ ਬਾਅਦ railway budget is also merged into general budget, which is overall prepared by finance minister, introduced by the finance minister on the recommendation of president, and passed by the parliament. So second statement is not correct. Then no demand for grant shall be made except on the recommendation of the speaker. No sir, demand for grant ਆਪਾਂ ਨੂੰ ਪਤਾ ਜਿਹੜੀ ਵੀ budgetary allocations ਉਹਨਾਂ ਨੂੰ technically demand for grant ਕਹਿੰਦੇ ਨੇ, but demand for grants are introduced on the recommendation of president. या फिर इन्हों और सिंपली करिए, the budget will be introduced only in the Lok Sabha, first in the Lok Sabha, then it will be sent to Rajya Sabha on the recommendation of president only. So speaker that role nahi hai. So only one statement here is correct. Coming to, with reference to the Public Accounts Committee, PAC, consider the following statements and find incorrect statement as your answer. The members are elected from both houses of parliament. So I believe you know, yes, it is correct. By member ਹੁੰਦੇ ਨੇ 15 ਲੋਕ ਸਭਾ ਤੋਂ 7 ਰਾਜ ਸਭਾ. ਯਾਦ ਰੱਖਣਾ ਇਹ ਇਲੈਕਟਡ ਬੋਡੀ ਹੈ. ਲੋਕ ਸਭਾ ਆਪ ਦੇ ਵਿੱਚੋਂ 15 MP ਇਲੈਕਟ ਕਰਦੀ ਹੈ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਸਿੰਗਲ ਟ੍ਰਾਂਸਫਰੇਬਲ ਵੋਟ ਤੇ ਰਾਜ ਸਭਾ ਦੇ MP ਆਪਸ ਦੇ ਵਿੱਚੋਂ 7 ਮੈਂਬਰ PAC ਦੇ ਇਲੈਕਟ ਕਰਦੇ ਨੇ ਔਨ ਦ ਬੇਸਿਸ ਆਫ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਐਂਡ ਸਿੰਗਲ ਟ੍ਰਾਂਸਫਰੇਬਲ ਵੋਟ. Then a minister cannot be elected as a member of the committee. Correct? Or inu universal rule rakhnaga. Minister parliamentary committee the member nahi hunde. Unlike estimates committee, PAC examines public expenditure both from the point of view of economy and legal irregularities. So what is the role of PAC? तो आप सिंपल समझिए, the CAG, the audit report. जो 3 audit reports ने, that is report on appropriation account, report on finance account, ਤੇ PSU ਦੀ ਅਰਥ ਰਿਪੋਰਟ. ਸੋ ਜਿਹੜੀ ਵੀ ਇਹ ਹਰ ਮਿਨਿਸਟਰੀ ਹਰ ਡਿਪਾਰਟਮੈਂਟ ਦੀ ਐਪਰੋਪ੍ਰੀਏਸ਼ਨ ਮਤਲਬ ਐਕਸਪੈਂਡੀਚਰ ਸਾਈਡ ਦੀ ਆਡਿਟ ਰਿਪੋਰਟ ਹੈ ਤੇ ਫਾਈਨੈਂਸ ਮਤਲਬ ਕਿ ਇਨਕਮ ਸਾਈਡ ਦੀ ਆਡਿਟ ਰਿਪੋਰਟ ਹੈ. ਇਹ ਕੈਗ ਸਬਮਿਟ ਕਰਾਉਂਦੇ ਨੇ ਪ੍ਰੈਜ਼ੀਡੈਂਟ ਨੂੰ. ਪ੍ਰੈਜ਼ੀਡੈਂਟ ਅੱਗੇ ਕਾਜ਼ਸ ਇਟ ਟੂ ਬੀ ਲੇਡ ਡਾਊਨ ਇਨ ਦਾ ਹਾਊਸ ਆਫ ਪਾਰਲੀਮੈਂਟ ਤੇ ਹਾਊਸ ਆਫ ਪਾਰਲੀਮੈਂਟ ਦੇ ਵਿੱਚ PAC ਜੋ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਹੈ, ਇਹ ਕੈਗ ਦੀ 2 ਰਿਪੋਰਟਸ ਨੂੰ ਸਕਰੂਟਨਾਈਜ਼ ਕਰਨ ਦਾ ਕੰਮ ਕਰਦੀ ਹੈ. ਤੇ ਕਿਉਂਕਿ ਕੈਗ ਵੀ apart from like procedural audit, legal audit, from the way of economic prudence ਵੀ audit ਕਰਦਾ ਹੈ, ਤਾਂ PAC ਨੂੰ ਵੀ ਇਹ ਪਾਵਰ ਹੈ ਕਿ ਇਹ ਜੋ ਕੈਗ ਦੀ audit report ਨੂੰ ਸਕਰੂਟਨਾਈਜ਼ ਕਰੂਗੀ ਉਹ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਕਿ ਤੁਸੀਂ ਪੈਸਾ ਸਹੀ ਤਰੀਕੇ ਨਾਲ ਖਰਚ ਕੀਤਾ, ਸੁਚੱਜੇ ਢੰਗ ਨਾਲ ਕੀਤਾ, ਇਹ ਵੀ ਚੈੱਕ ਕਰੂਗੀ ਤੇ ਨਾਲ ਹੀ ਲੀਗਲ ਇਰੈਗੂਲੈਰਿਟੀਜ਼ ਨੂੰ ਵੀ ਚੈੱਕ ਕਰੂਗੀ. So none of the above statement is incorrect. Coming to, consider the following statement regarding the adjournment motion in the parliament. It needs the support of 50 members to be admitted. Yes, sir. The minimum duration of discussion on an adjournment motion should not be less than 2 hours and 30 minutes. 2.5 घंटे. Yes, correct. It can raise a question of privilege. No, sir. It is not allowed in Rajya Sabha. Yes. So how many statements are correct? Now, 3 statements are correct, but what is the explanation? Now, adjournment motion ਕੀ ਹੈ? So ਮੰਨ ਲਓ ਤੁਸੀਂ MP ਹੋ, ਹਾਊਸ ਦੀ ਕਾਰਵਾਈ ਚੱਲ ਰਹੀ ਹੈ ਤੇ ਇਹ ਸਿਰਫ ਲੋਕ ਸਭਾ ਦੇ ਵਿੱਚ ਹੀ ਯੂਜ਼ ਕੀਤਾ ਜਾ ਸਕਦਾ ਟੂਲ, ਇਹ ਰਾਜ ਸਭਾ 'ਚ ਯੂਜ਼ ਨਹੀਂ ਕਰਦੇ ਆ. ਤੁਹਾਨੂੰ ਅਚਾਨਕ ਪਤਾ ਲੱਗਦਾ ਹੈ ਕਿ ਕੋਈ ਅਰਜੈਂਟ ਪਬਲਿਕ ਇੰਪੋਰਟੈਂਸ ਦੀ ਘਟਨਾ ਘਟ ਗਈ ਹੈ ਔਰ ਹਾਊਸ ਦੀ ਕੁਝ ਨਾ ਕੁਝ ਕਾਰਵਾਈ ਚੱਲ ਰਹੀ ਹੈ. ਸਪੋਜ਼ ਕਿਸੇ ਬਿੱਲ ਤੇ ਡਿਬੇਟ ਐਂਡ ਡਿਸਕਸ਼ਨ ਹੋ ਰਿਹਾ, ਕਿਸੇ ਔਰ ਮੁੱਦੇ ਤੇ ਡਿਬੇਟ ਐਂਡ ਡਿਸਕਸ਼ਨ ਹੋ ਰਿਹਾ ਤੇ ਤੁਸੀਂ ਉੱਠ ਕੇ ਡਿਮਾਂਡ ਕਰਦੇ ਹੋ ਚੇਅਰ ਤੋਂ ਕਿ ਸਰ ਮੈਂ ਐਡਜੋਰਨਮੈਂਟ ਮੋਸ਼ਨ ਲੈਣਾ ਚਾਹੁੰਦਾ. ਦੇਸ਼ ਦੇ ਵਿੱਚ ਕੁਝ ਇੰਪੋਰਟੈਂਟ ਘਟਨਾ ਘਟੀ ਹੈ ਜਿਸ ਦਾ ਅਸਰ ਦੇਸ਼ ਤੇ ਜਾਂ ਲੋਕਾਂ ਤੇ ਪਊਗਾ ਤੇ ਮੈਂ ਚਾਹੁੰਦਾ ਅੱਜ ਦੀ ਆਨਗੋਇੰਗ ਕਾਰਵਾਈ ਨੂੰ ਐਡਜੋਰਨ ਕੀਤਾ ਜਾਵੇ ਤੇ ਫਿਰ ਇਹਦੇ ਉੱਤੇ ਆਪਾਂ ਡਿਬੇਟ ਐਂਡ ਡਿਸਕਸ਼ਨ ਕਰੀਏ. ਤਾਂ ਇਹਦੇ ਵਾਸਤੇ ਘੱਟੋ ਘੱਟ 50 MP ਦਾ ਸਪੋਰਟ ਚਾਹੀਦਾ, ਚੇਅਰ ਦੀ ਪਰਮਿਸ਼ਨ ਚਾਹੀਦੀ ਹੈ. ਯਾਦ ਰੱਖਣਾ
ਜੇ 50 ਦੀ ਥਾਂ 100 ਐਮਪੀ ਨੇ ਵੀ ਸਾਈਨ ਕਰਤਾ ਕਿ ਹਾਂ ਅਸੀਂ ਐਡਜੋਰਨਮੈਂਟ ਮੋਸ਼ਨ ਚਾਹੁੰਦੇ ਆ, ਤਾਂ ਵੀ ਇਹ ਪ੍ਰੈਸਾਈਡਿੰਗ ਆਫੀਸਰ ਤੇ ਬਾਈਂਡਿੰਗ ਇਫੈਕਟ ਨਹੀਂ ਰੱਖਦਾ। ਪ੍ਰੈਸਾਈਡਿੰਗ ਆਫੀਸਰ ਦੀ ਡਿਸਕ੍ਰਿਸ਼ਨ ਹੈ ਜਾਂ ਲੋਕ ਸਭਾ ਸਪੀਕਰ ਦੀ ਡਿਸਕ੍ਰਿਸ਼ਨ ਹੈ ਕਿ ਉਹ ਐਡਜੋਰਨਮੈਂਟ ਮੋਸ਼ਨ ਪਾਸ ਕਰਨ ਜਾਂ ਨਾ ਪਾਸ ਕਰਨ। ਜਿਵੇਂ ਕਿ ਐਂਟਾਇਰ 17ਵੀਂ ਲੋਕ ਸਭਾ 2019 ਤੋਂ 24 ਤੱਕ ਲੋਕ ਸਭਾ ਦੇ ਵਿੱਚ ਇੱਕ ਵੀ ਐਡਜੋਰਨਮੈਂਟ ਮੋਸ਼ਨ ਪਾਸ ਨਹੀਂ ਸੀ ਹੋਇਆ। ਸੋ ਇਫ ਇਟ ਇਜ਼ ਐਡਮਿਟਡ, ਤਾਂ ਫਿਰ ਸਭਾ ਦੀ ਕਾਰਵਾਈ ਨੂੰ ਘੱਟੋ ਘੱਟ 2.5 ਘੰਟੇ ਲਈ, ਮਿਨੀਮਮ 2.5 ਘੰਟੇ ਲਈ ਐਡਜੋਰਨ ਕਰਨਗੇ, ਤੇ ਜਿਹੜੇ ਮੁੱਦੇ ਤੇ ਐਡਜੋਰਨਮੈਂਟ ਮੋਸ਼ਨ ਲਿਆਂਦਾ ਗਿਆ ਉਸ ਤੇ ਡਿਬੇਟ ਐਂਡ ਡਿਸਕਸ਼ਨ ਕਰਨਗੇ। ਪਰ ਯਾਦ ਰੱਖਣਾ, ਇਹ ਕੋਈ ਵੀ ਮੈਟਰ ਜੋ ਪ੍ਰਿਵਿਲੇਜ ਦਾ ਹੈ ਉਹਨੂੰ ਰੇਜ਼ ਨਹੀਂ ਕਰੂਗਾ, ਇਮਿਊਨਿਟੀਜ਼ ਐਂਡ ਪ੍ਰਿਵਿਲੇਜ ਆਫ ਦ ਪਾਰਲੀਮੈਂਟ। ਐਂਡ ਜੇ ਮੈਟਰ ਸਬਜੂਡਾਈਜ਼ ਇਨ ਕੋਰਟ ਹੈ, ਕੋਰਟ ਦੇ ਵਿੱਚ ਮਸਲਾ ਚੱਲ ਰਿਹਾ, ਤਾਂ ਉਹਨੂੰ ਵੀ ਇੱਥੇ ਨਹੀਂ ਉਠਾਇਆ ਜਾ ਸਕਦਾ। ਦੋ ਐਕਸੈਪਸ਼ਨ ਯਾਦ ਰੱਖੋ ਕਿ ਰਾਜ ਸਭਾ ਦੇ ਵਿੱਚ ਇਹ ਰੂਲ ਯੂਜ਼ ਨਹੀਂ ਹੁੰਦਾ। ਸੋ ਆਵਰ ਆਂਸਰ ਇਜ਼ only 3 statements are correct. Next, it can be moved against an individual minister or group of ministers as well as entire council of ministers. ਇੱਕ ਦੇ ਖਿਲਾਫ ਲਿਆਓ, 4-5 ਦੇ ਖਿਲਾਫ ਲਿਆਓ, ਜਾਂ entire council of ministers ਦੇ ਖਿਲਾਫ ਲਿਆਓ। It means an expression of strong disapproval or harsh criticism. बहुत सख्त निंदा करनी है। It can be moved in the lower house of the parliament or in state assembly in India. विधान सभा भी आ सकता है, लोक सभा भी आ सकता है। Which of the following motion is described in the paragraph given above? No confidence motion? नहीं sir. No confidence motion can be brought against entire council of minister. No confidence motion single minister ਦੇ ਖਿਲਾਫ ਨਹੀਂ ਲਿਆਂਦਾ ਜਾ ਸਕਦਾ। ਤੇ ਡਿਮਾਂਡ ਆਫ ਮੈਜੋਰਿਟੀ ਹੁੰਦੀ ਹੈ ਕਿ ਤੁਸੀਂ ਹਾਊਸ ਦਾ ਕੌਨਫੀਡੈਂਸ ਜਾਂ ਹਾਊਸ ਦੇ ਵਿੱਚ ਤੁਸੀਂ ਮੈਜੋਰਿਟੀ ਨਹੀਂ ਇੰਜੋਏ ਕਰ। ਪ੍ਰਿਵਿਲੇਜ ਮੋਸ਼ਨ? ਨਹੀਂ ਸਰ, ਇਹ ਕੋਈ ਐਮਪੀ ਜੇ ਆਪਣੀ ਇਮਿਊਨਿਟੀ ਐਂਡ ਪ੍ਰਿਵਿਲੇਜ ਬ੍ਰੀਚ ਕਰਦਾ ਹੈ ਉਹਦੇ ਖਿਲਾਫ ਲਿਆਂਦਾ ਜਾਂਦਾ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਦੈਨ ਕਾਲਿੰਗ ਅਟੈਂਸ਼ਨ ਮੋਸ਼ਨ ਵੀ ਇਹ ਨਹੀਂ ਹੈ। ਕਾਲਿੰਗ ਅਟੈਂਸ਼ਨ ਮੋਸ਼ਨ ਦੇ ਵਿੱਚ ਜੇ ਤੁਹਾਨੂੰ ਐਜ਼ ਅ ਐਮਪੀ ਲੱਗਦਾ ਹੈ ਕਿ ਦੇਸ਼ ਦੇ ਵਿੱਚ ਕੋਈ ਅਰਜੈਂਟ ਪਬਲਿਕ ਇੰਪੋਰਟੈਂਸ ਦੀ ਘਟਨਾ ਘਟੀ ਹੈ, ਤਾਂ ਕੰਸਰਨਡ ਮਿਨਿਸਟਰ ਦਾ ਅਥਾਰਟੇਟਿਵ ਸਟੇਟਮੈਂਟ ਤੁਸੀਂ ਸੀਕ ਕਰਦੇ ਹੋ। ਕਾਲਿੰਗ ਅਟੈਂਸ਼ਨ, ਤੁਸੀਂ ਕਿਸੇ ਮਿਨਿਸਟਰ ਦੀ ਅਟੈਂਸ਼ਨ ਸੀਕ ਕਰ ਰਹੇ ਹੋ ਟੁਵਰਡ ਸਮ ਅਰਜੈਂਟ ਪਬਲਿਕ ਇੰਪੋਰਟੈਂਸ ਮੈਟਰ। ਸੋ ਵਾਟ ਇਜ਼ ਲੈਫਟ ਬਿਹਾਈਂਡ? ਸੈਂਸਰ ਮੋਸ਼ਨ। ਸੈਂਸਰ ਕਿਸੇ ਦੀ ਨਿੰਦਾ ਕਰਨਾ। ਸੋ ਮੰਨ ਲਓ ਕਿਸੇ ਇੱਕ ਮਿਨਿਸਟਰ ਦਾ ਕਿ ਹਾਈਪੋਥੈਟਿਕਲੀ ਬਹੁਤ ਸਾਰੇ ਰੇਲਵੇ ਐਕਸੀਡੈਂਟ ਹੋ ਰਹੇ ਨੇ ਤੇ ਰੇਲਵੇ ਮਿਨਿਸਟਰ ਉਹਨਾਂ ਐਕਸੀਡੈਂਟਸ ਨੂੰ ਰੋਕ ਨਹੀਂ ਪਾ ਰਿਹਾ, ਕੋਈ ਸੁਟੇਬਲ ਜਸਟੀਫਿਕੇਸ਼ਨ ਨਹੀਂ ਹੈ, ਤਾਂ ਅਪੋਜੀਸ਼ਨ ਲਿਆ ਸਕਦੀ ਹੈ ਸੈਂਸਰ ਮੋਸ਼ਨ ਕਿ ਅਸੀਂ ਰੇਲਵੇ ਮਿਨਿਸਟਰ ਦੀ ਨਾਕਾਮਯਾਬੀ ਨੂੰ ਕ੍ਰਿਟਿਸਾਈਜ਼ ਕਰਨਾ ਚਾਹੁੰਦੇ ਹਾਂ। ਕੁਝ ਗਰੁੱਪ ਆਫ ਮਿਨਿਸਟਰ ਦੇ ਖਿਲਾਫ ਵੀ ਇਹ ਲਿਆਂਦਾ ਜਾ ਸਕਦਾ, ਤੇ ਜੇ ਸਾਰੀ ਸਰਕਾਰ ਨੂੰ ਹੀ ਕ੍ਰਿਟਿਸਾਈਜ਼ ਕਰਨਾ ਹੋਵੇ, ਸਾਰੀ ਸਰਕਾਰ ਦੇ ਖਿਲਾਫ ਵੀ ਇਹ ਲਿਆਂਦਾ ਜਾਂਦਾ। ਬਟ ਹਾਂ ਯਾਦ ਰੱਖਣਾ, ਪਹਿਲੀ ਗੱਲ ਤਾਂ ਪਾਸ ਨਹੀਂ ਹੁੰਦਾ, ਜੇ ਹੋ ਵੀ ਤਾਂ ਰਿਜ਼ਾਈਨ ਕਰਨ ਦੀ ਲੋੜ ਨਹੀਂ ਹੈ ਕਾਉਂਸਲ ਆਫ ਮਿਨਿਸਟਰਸ ਜਾਂ ਇੰਡੀਵਿਜੂਅਲ ਮਿਨਿਸਟਰ। C is our answer. Coming to consider the following statement regarding the ethics committee of Lok Sabha. ये भी 17वीं लोक सभा ਦੇ ਐਂਡ ਦੇ ਵਿੱਚ ਕਾਫੀ ਚਰਚਾ ਚ ਰਹੀ ਸੀ ਬਿਕੋਜ਼ ਆਫ ਕਰੰਟ ਅਫੇਅਰ। ਤਾਂ ਇੰਪੋਰਟੈਂਟਲੀ ਇਹ ਪਾਰਲੀਮੈਂਟਰੀ ਕਮੇਟੀ ਆਪਾਂ ਪੜ੍ਹ ਕੇ ਜਾਣੀ ਹੈ। ਐਂਡ ਹਾਊ ਮੈਨੀ ਸਟੇਟਮੈਂਟਸ ਆਰ ਕਰੈਕਟ? The members are appointed by the speaker for a period of 1 year. और अच्छा ਆਪਾਂ ਇੱਥੇ ਗੱਲ ਕਰ ਰਹੇ ਹਾਂ ethics committee of ਲੋਕ ਸਭਾ। ਸੋ ਗੱਲ ਯਾਦ ਰੱਖੀ ਹੈ, ethics committee ਲੋਕ ਸਭਾ ਦੀ ਅੱਡ 15 ਮੈਂਬਰੀ ਤੇ ਰਾਜ ਸਭਾ ਦੀ ਅੱਡ 15 ਮੈਂਬਰੀ। ਤਾਂ ਇੱਥੇ ਸਪੀਕਰ ਹੀ ਅਪਾਇੰਟ ਕਰਦੇ ਨੇ ਮੈਂਬਰਸ ਨੂੰ 1 ਸਾਲ ਵਾਸਤੇ। The late Speaker GMC Balyogi constituted an ad hoc ethics committee in 2000, which became a permanent part of the House only in 2015. So 2000 ਦੇ ਵਿੱਚ ad hoc committee, 2015 ਦੇ ਵਿੱਚ ਇਹਨੂੰ permanent ਕਰ ਦਿੱਤਾ ਗਿਆ ਸੀਗਾ। ਔਰ ਰਾਜ ਸਭਾ ਦੇ ਵਿੱਚ 1997 the then vice president or the chairperson of ਰਾਜ ਸਭਾ KR ਨਾਰਾਇਣਨ ਨੇ ਸਾਲ 1997 ਦੇ ਵਿੱਚ ਇੱਕ ਐਥਿਕਸ ਕਮੇਟੀ ਰਾਜ ਸਭਾ ਦੇ ਵਿੱਚ ਪਹਿਲਾਂ ਹੀ ਬਣਾ ਦਿੱਤੀ ਗਈ ਸੀ, ਰਾਜ ਸਭਾ 'ਚ ਪਹਿਲਾਂ ਬਣ ਗਈ ਸੀ। ਦੈਨ ਇਟਸ ਰਿਕਮੈਂਡੇਸ਼ਨ ਆਰ ਬਾਈਂਡਿੰਗ ਅਪਨ ਲੋਕ ਸਭਾ। ਸੋ ਯਾਦ ਰੱਖਣਾ, ਇਹਦੀ ਰਿਕਮੈਂਡੇਸ਼ਨ ਬਾਈਂਡਿੰਗ ਨਹੀਂ ਹੁੰਦੀ, ਐਡਵਾਈਜ਼ਰੀ ਨੇਚਰ ਹੈ। ਹਾਊਸ ਵਿਲ ਡਿਸਾਈਡ। MP Lok Sabha Mahua Moitra was expelled from the house on the recommendation of ethics committee in 17th Lok Sabha, and yes, ਇਸ ਘਟਨਾ ਕਰਕੇ ਹੀ ਇਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਈ ਸੀ। ਕੈਸ਼ ਫॉर ਕੁਐਰੀ ਦਾ ਇਲਜ਼ਾਮ ਸੀ TMC MP ਮਹੁਆ ਮੋਇਤਰਾ ਦੇ ਉੱਤੇ ਕਿ ਉਹਨਾਂ ਨੇ ਇੱਕ ਬਿਜ਼ਨਸਮੈਨ ਫਰੈਂਡ ਤੋਂ ਪੈਸੇ ਗਿਫਟਸ ਲੈ ਕੇ ਉਹਦੇ ਕਹੇ ਤੇ ਸੰਸਦ ਦੇ ਵਿੱਚ ਸਵਾਲ ਪੁੱਛੇ।
ਇਹ ਅਨਐਥੀਕਲ ਕੰਡਕਟ ਹੈ, ਐਥੀਕਲ ਬਿਹੇਵੀਅਰ ਨਹੀਂ ਹੋਇਆ, ਤਾਂ ਐਥਿਕਸ ਕਮੇਟੀ ਨੇ ਜਾਂਚ ਕਰਕੇ ਕਿਹਾ ਸ਼ੀ ਇਜ਼ ਨਾਟ ਫਿਟ ਟੂ ਬਿਕਮ ਐਨ ਐਮਪੀ। ਲੇਕਿਨ ਯਾਦ ਰੱਖਣਾ, ਕਿਉਂਕਿ ਐਥਿਕਸ ਕਮੇਟੀ ਦੀ ਰਿਕਮੈਂਡੇਸ਼ਨ ਬਾਈਂਡਿੰਗ ਇਫੈਕਟ ਨਹੀਂ ਰੱਖਦੀ, ਤਾਂ ਫਿਰ ਇਹ ਜੋ ਵੀ ਰਿਕਮੈਂਡ ਕਰੂਗੀ ਉਹਨੂੰ ਹਾਊਸ ਦੇ ਵਿੱਚ ਪੁੱਟ ਟੂ ਮੋਸ਼ਨ ਕੀਤਾ ਜਾਂਦਾ, ਹਾਊਸ ਉਸ ਤੇ ਵੋਟ ਕਰੂਗਾ, ਫਿਰ ਐਕਸ਼ਨ ਲਿਆ ਜਾਊਗਾ। ਤਾਂ ਮਹੁਆ ਮੋਇਤਰਾ ਦੀ ਡਿਸਕੁਆਲੀਫਿਕੇਸ਼ਨ ਨੂੰ ਪਹਿਲੇ ਪੁੱਟ ਟੂ ਮੋਸ਼ਨ ਕੀਤਾ ਹਾਊਸ ਨੇ, ਬਾਅਦ ਦੇ ਵਿੱਚ ਹਾਊਸ ਨੇ ਵੋਟ ਕਰਕੇ ਉਹਨੂੰ ਪਾਸ ਕਰ ਦਿੱਤਾ, ਤਾਂ ਐਮਪੀ ਦੀ ਸੀਟ ਮਹੁਆ ਮੋਇਤਰਾ ਮੈਮ ਦੀ ਚਲੀ ਗਈ ਸੀ। ਆਪਾਂ 17ਵੀਂ ਲੋਕ ਸਭਾ ਦੀ ਗੱਲ ਕਰ ਰਹੇ ਹਾਂ, ਉਹ ਦੁਬਾਰਾ ਚੁਣ ਕੇ ਆ ਚੁੱਕੀ ਹੈ 18ਵੀਂ ਲੋਕ ਸਭਾ ਦੇ ਵਿੱਚ, ਉਹਨਾਂ ਨੇ ਫਿਰ ਇਲੈਕਸ਼ਨ ਲੜਿਆ, ਜਿੱਤ ਚੁੱਕੀ ਹੈ ਲੋਕ ਸਭਾ ਐਮਪੀ। ਸੋ ਹਾਊ ਮੈਨੀ ਸਟੇਟਮੈਂट्स आर करेक्ट? ओनली 3 statements are correct here. Okay, move to consider the following statements regarding the consolidated fund of India, and how many statements are correct. All revenue received by government of India, all loans raised by government, and all repayment of loans are credited into consolidated fund of India. Correct statement? याद रखना। ਤਿੰਨ ਤਰ੍ਹਾਂ ਦਾ ਪੈਸਾ ਕੰਸੋਲੀਡੇਟਡ ਫੰਡ ਦੇ ਵਿੱਚ ਆਉਂਦਾ ਮੋٹے ਤੌਰ ਤੇ। all the tax collected, loans raised and income received। तो सेंट्रल गवर्नमेंट की जितनी भी इनकम है, जो भी टैक्स कलैक्शन है, मतलब टैक्स ਤੇ ਨਾਨ ਟੈਕਸ ਰੈਵਨਿਊ ਹੋ ਗਿਆ, ਤੇ ਨਾਲ ਹੀ ਜੋ ਵੀ ਬੋਰੋਇੰਗ ਉਹ ਕਰਦਾ ਉਹ ਸਾਰਾ ਕੰਸੋਲੀਡੇਟਡ ਫੰਡ ਆਫ ਇੰਡੀਆ ਦਾ ਪਾਰਟ ਹੁੰਦਾ। ਰੈਸਟ ਆਫ ਮਨੀ ਇਫ ਗਵਰਨਮੈਂਟ ਆਫ ਇੰਡੀਆ ਇਜ਼ ਰਿਸੀਵਿੰਗ then it is a part of public account of India। then no money can be withdrawn from the consolidated fund of India without the approval of the parliament। so custody parliament ਕੋਲ ਹੈ। ਪਾਰਲੀਮੈਂਟ ਦੀ ਪਰਮਿਸ਼ਨ ਤੋਂ ਬਿਨਾ ਸੀਐਫਆਈ ਤੋਂ ਪੈਸਾ ਨਹੀਂ ਕੱਢਿਆ ਜਾ ਸਕਦਾ। ਪਾਰਲੀਮੈਂਟ ਕਿੱਦਾਂ ਪਰਮਿਸ਼ਨ ਦਿੰਦੀ ਹੈ? ਸਰ ਲਾਅ ਪਾਸ ਕਰਕੇ, ਔਰ ਇਹ ਬਾय डिफॉल्ट ਮਨੀ ਮੈਟਰ ਹੁੰਦਾ ਹੈ, ਤਾਂ ਜ਼ਿਆਦਾਤਰ ਮਨੀ ਬਿਲਸ ਹੁੰਦੇ ਨੇ। then salaries and allowances of the president, supreme court judges are charged expenditure on the consolidated fund of India। yes sir, and consolidated fund to jo charged expenditure hai, that only can be discussed in the house of parliament, that cannot be voted upon। states in India do not maintain their own consolidated fund, only union does। incorrect state। under article 266 it is obligatory, it is mandatory that union will have its own consolidated fund of India, and every state will have their own consolidated fund, ਜਿਹਨੂੰ ਆਮ ਤੌਰ ਤੇ ਪੰਜਾਬ ਦੇ ਵਿੱਚ ਖਜ਼ਾਨਾ ਦਿੱਤਾ ਜਾਂਦਾ ਹੈ। ਪਰ ਜਨਰਲ ਆਫ यूज करते हैं कि चलिए उस तो जुमले बहुत चल देने के खजाना खाली है, बट व्हाट इज द रेफरेंस पॉइंट? दैट इज कंसोलिडेटेड फंड ऑफ पंजाब। पंजाब जितना भी टैक्स कलैक्ट करता है, लोन रेज करता है, तो जिन्नी पंजाब की इनकम है वो सारा कंसोलिडेटेड फंड ਦੇ ਵਿੱਚ ਆਉਂਦਾ ਹੈ। ਲਾਰਜੈਸਟ ਫੰਡ ਹੁੰਦਾ ਹੈ, ਰੈਗੂਲਰ ਫੰਡ ਹੁੰਦਾ ਹੈ। ਸਰਕਾਰ ਦੇ ਜ਼ਿਆਦਾਤਰ ਖਰਚੇ ਸੀਐਫਆਈ ਤੋਂ ਹੀ ਕੀਤੇ ਜਾਂਦੇ ਨੇ। ਸੋ ਹੇਅਰ 3 statements are correct। Last question, consider the following statements regarding financial bills in Indian Parliament and find correct statement as your answer। Financial bills can only be introduced in Lok Sabha and only on the recommendation of President, both statement। And here the statement reads financial bills, they are not segregating financial bill type 1 or type 2। ये सेम स्टेटमेंट हरियाणा HCS ने भी यूज की थी, बाद ਦੇ ਵਿੱਚ ਇਹਨੂੰ ਗਲਤ ਪਾਇਆ ਗਿਆ, ਕਿਉਂਕਿ under article 117 clause 1 type 1 financial bill that can be introduced only in Lok Sabha, that too on the prior recommendation of the president। but when it comes to article 117 clause 3 type 2 financial bill, that can be introduced in either house of parliament, whether Lok Sabha or the Raj Sabha। so a statement correct nahi hai। all financial bills are money bills, but not all money bills are financial bill। ਇਹ ਨਾ ऐसे जगल ऑफ वर्ड। सो ਇਹ ਪੁੱਠਾ ਲਿਖਿਆ ਹੈ, ਸਗੋਂ ਇੱਕ ਕਹਾਵਤ ਇਹ ਹੈ ਕਿ all money bills are financial bills, क्योंकि मनी बिल ਦੇ ਵਿੱਚ ਕੁਛ ਨਾ ਕੁਛ ਫਾਈਨੈਂਸ ਦੀ ਗੱਲ ਹੋ ਰਹੀ ਹੈ। बट all financial bills are not money bills, क्योंकि ਉਹ ਫਾਈਨੈਂਸ਼ੀਅਲ ਬਿਲ ਜਿਹਦੇ ਵਿੱਚ ਸਿਰਫ ਤੇ ਸਿਰਫ ਮਨੀ ਮੈਟਰ ਹੈ, ਐਕਸਕਲੂਸਿਵਿਟੀ, that would become money bill, otherwise not। otherwise तो दोनों पैसे की गल हो ही रही है। then the Raj Sabha can reject or amend financial bills unlike money bills।
ਜਿਵੇਂ ਮਨੀ ਬਿੱਲ ਦੇ ਵਿੱਚ ਤਾਂ ਰਾਜ ਸਭਾ ਨੂੰ ਸਿਰਫ 14 ਦਿਨ ਦਿੱਤੇ, ਜੇ ਕੁਝ ਰਿਕਮੈਂਡ ਕਰਨਾ ਹੈ ਕਰ ਦੋ, ਅਦਰਵਾਈਜ਼ ਇਹਨੂੰ ਲੋਕ ਸਭਾ ਪਾਸ ਕਰਾ ਹੀ ਲੂਗੀ। ਜੇ ਤੁਸੀਂ ਅਮੈਂਡਮੈਂਟ ਸੁਜੈਸਟ ਕੀਤੀ ਤਾਂ ਲੋਕ ਸਭਾ ਦੀ ਮਰਜ਼ੀ ਹੈ, ਉਹ ਮੰਨੇ ਜਾਂ ਨਾ ਮੰਨੇ। ਜੇ 14 ਦਿਨਾਂ ਦੇ ਵਿੱਚ ਰਾਜ ਸਭਾ ਕੋਈ ਫਾਈਨਲ ਡਿਸੀਜਨ ਨਹੀਂ ਲੈਂਦੀ ਮਨੀ ਬਿੱਲ ਤੇ, ਤਾਂ ਵੀ ਮਨੀ ਬਿੱਲ ਨੂੰ ਪਾਸ ਹੀ ਸਮਝਿਆ ਜਾਂਦਾ। ਬਟ ਕੀ ਜਿਹੜੇ ਫਾਈਨੈਂਸ਼ੀਅਲ ਬਿਲਸ ਹੈ ਉਹਨੂੰ ਰਾਜ ਸਭਾ ਰਿਜੈਕਟ ਕਰ ਸਕਦੀ ਹੈ? ਤਾਂ ਆਨਸਰ ਇਜ਼ ਯੈਸ, ਇੱਥੇ ਡੈਡਲੌਕ ਕ੍ਰੀਏਟ ਕੀਤਾ ਜਾ ਸਕਦਾ। ਜੇ ਫਾਈਨੈਂਸ਼ੀਅਲ ਬਿੱਲ ਲੋਕ ਸਭਾ ਤੋਂ ਪਾਸ ਹੋ ਗਿਆ ਰਾਜ ਸਭਾ ਹੈ ਤੇ ਰਾਜ ਸਭਾ ਚ ਪਾਸ ਨਹੀਂ ਹੁੰਦਾ ਤਾਂ ਫਿਰ ਇਹ ਡੈਡਲੌਕ ਹੋਗਾ, ਇਸ ਬਿੱਲ ਨੂੰ ਪਾਸ ਨਹੀਂ ਸਮਝਿਆ ਜਾਊਗਾ। ਲਾਸਟਲੀ, in case of disagreement between two houses over a financial bill, the president can summon a joint sitting to resolve deadlock. Yes, because there is deadlock. Then, under Article 108, to resolve a deadlock over the passage of bill between the two houses, president can summon a joint sitting. और joint sitting ਦੇ ਵਿੱਚ ਲੋਕ ਸਭਾ ਰਾਜ ਸਭਾ ਦੋਨੋਂ ਬੈਠ ਕੇ ਉਸ ਬਿੱਲ ਦਾ fate decide ਕਰਨਗੇ। So here answer is only two statements are correct. That will be all for today. Thank you so much.